ਉਹਨੂੰ ਬੰਦ ਕਰਾਉਣ ਵਾਸਤੇ ਜਿੱਥੇ ਧਰਨੇ ਦਿੰਦੇ ਰਹੇ, ਜਿੱਥੇ ਆਵਾਜ਼ ਚੁੱਕਦੇ ਰਹੇ, ਅੱਜ ਉन्हीं ਲੋਕਾਂ ਦੇ ਨਾਲ ਮਿਲ ਕੇ ਅੱਜ ਇਹ ਪੰਥ ਨੂੰ ਇਕੱਠਾ ਕੀਤਾ ਜਾ ਰਿਹਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਜਿਹੜੇ ਇਹਨਾਂ ਦੇ ਕੇਸ ਖੁੱਲੇ ਹੈ, ਇਹਨਾਂ ਦੇ ਪਰਿਵਾਰ ਦੇ, ਇਹਨਾਂ ਦੀ ਬੇਟੀ ਖਾਸ ਤੌਰ ਤੇ ਔਰ ਇਹਨਾਂ ਦਾ ਬੇਟਾ ਜਿਹੜੇ ਰੋਜ਼ ਹਾਜ਼ਰੀਆਂ ਭਰ ਰਹੇ ਨੇ ਈਡੀ ਦੇ ਦਫ਼ਤਰਾਂ 'ਚ, ਇਹ ਅਰੈਸਟ ਹੋਣ ਤੋਂ ਬਚ ਨਹੀਂ ਸਕਦੇ ਕਿਉਂਕਿ ਦਿੱਲੀ ਦੇ ਵਿੱਚ ਜਿਹੜਾ ਐਕਸਾਈਜ਼ ਦਾ ਘਪਲਾ ਹੋਇਆ, ਬਹੁਤ ਵੱਡੀ ਇਨਵੋਲਵਮੈਂਟ ਇਹਨਾਂ ਦੀ ਉਹਦੇ ਵਿੱਚ ਹੈ। ਮਗਰ ਇਹ ਉਸ ਨੂੰ ਉੱਥੋਂ ਬਚਣ ਵਾਸਤੇ ਅੱਜ ਇਹਨੂੰ ਪੰਥਕ ਝੋਲਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਪੰਥ ਦਾ ਝੋਲਾ ਪਾ ਲਈਏ, ਅੱਜ ਕੌਮੀ ਦੀ ਪਾਰਟੀ ਸਾਡੇ ਨਾਲ ਖੜੇ ਹੋ ਜਾਏ ਔਰ ਪੰਜਾਬ ਦੇ ਲੋਕ ਕਹਿਣ ਕਿ ਜੀ ਅਗਰ ਸਾਨੂੰ ਅਰੈਸਟ ਕਰਦੇ ਨੇ, ਸਾਡੇ ਪਰਿਵਾਰ 'ਚੋਂ ਕਿਸੇ ਨੂੰ ਅਰੈਸਟ ਕਰਦੇ ਹੈ ਤੇ ਇਹ ਕਹਿ ਦੇਣ ਕਿ ਸਾਡੇ ਨਾਲ ਇਹੋ ਜਿਹੀ ਰਾਜਨੀਤੀ ਕੀਤੀ ਜਾ ਰਹੀ ਹੈ ਕਿਉਂਕਿ ਅਸੀਂ ਅੱਜ ਧਰਮ ਦੀ ਗੱਲ ਕਰਨ ਲੱਗ ਪਏ ਹਾਂ, ਅਸੀਂ ਅੱਜ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹਾਂ, ਅੱਜ ਅਸੀਂ ਫਲਾਣੇ ਮੁੱਦੇ ਦੇ ਉੱਤੇ ਪੰਥ ਦੀ ਗੱਲ ਕਰ ਰਹੇ ਹਾਂ। ਸੋ ਮੈਂ ਸਮਝਦਾ ਕਿ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਵੀ ਇਸ ਗੱਲ ਦੇ ਉੱਤੇ ਜਵਾਬ ਦੇਣਾ ਚਾਹੀਦਾ ਸੰਗਤ ਨੂੰ ਕਿ ਕਿਹੜੀ ਐਸੀ ਮਜਬੂਰੀ ਹੋ ਗਈ ਜਿਹੜੇ ਲੋਕਾਂ ਨੂੰ ਦਿੱਲੀ ਦੀ ਸੰਗਤ ਨੇ ਨਕਾਰਤਾ, ਜਿਹੜੇ ਲੋਕਾਂ ਨੂੰ ਉਹਨਾਂ ਨੂੰ ਘਰਾਂ 'ਚ ਬਿਠਾਤਾ ਗਿਆ ਔਰ ਅੱਜ ਤੁਸੀਂ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਹਿਮ ਜ਼ਿੰਮੇਵਾਰੀ ਦੇਣ ਦੀ ਗੱਲ ਕਰ ਰਹੇ ਹੋ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਤੁਸੀਂ ਇਹ ਗੱਲ ਦੱਸੋ ਕਿ ਜਿਹੜੀ ਪਾਰਟੀ ਪਿਛਲੇ 25 ਸਾਲਾਂ ਤੋਂ ਤੁਹਾਡੇ ਉੱਤੇ ਦੋਸ਼ ਲਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਦਬੀਆਂ ਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਚੋਰੀਆਂ ਦੇ, ਤੁਹਾਡੇ ਉੱਤੇ ਦੋਸ਼ ਲਾਏ ਗਏ ਕਿ ਡਰੱਗਸ ਮਾਫੀਆ ਦੇ, ਸੈਂਡ ਮਾਫੀਆ ਦੇ, ਕਿਆ ਅੱਜ ਤੁਸੀਂ ਉਸੇ ਪਰਿਵਾਰ ਨੂੰ ਆਪਣੇ ਨਾਲ ਝੋਲੀ ਦੇ ਵਿੱਚ ਬਿਠਾ ਕੇ ਕਿਹੜਾ ਐਸਾ ਪੰਥਕ ਕਾਰਜ ਕਰਨ ਜਾ ਰਹੇ ਹੋ? ਇਹ ਬਹੁਤ ਵੱਡੀ ਸੰਗਤ ਦੀ ਅੱਜ ਮੈਂ ਸਮਝਦਾ ਕਿ ਡਿਮਾਂਡ ਹੈ ਕਿ ਇਹਦਾ ਖੁਲਾਸਾ ਜ਼ਰੂਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਕਰਨਾ ਚਾਹੀਦਾ ਔਰ ਸਰਨਾ ਭਰਾਵਾਂ ਨੂੰ ਵੀ ਇਹ ਦੱਸਣਾ ਚਾਹੀਦਾ ਕਿ ਅੱਜ ਅਸੀਂ ਇਸ ਕਾਰਨ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਰਹੇ ਹਾਂ ਕਿ ਸਾਨੂੰ ਪੰਥ ਲਈ ਕੋਈ ਇਹੋ ਜਿਹੀ ਵੱਡੀ ਗੱਲ ਕਰਨੀ ਹੈ ਕਿਉਂਕਿ ਜਿਸ ਵਕਤ ਪੰਥ ਤੇ ਪੀੜਾ ਪਈ, ਪੰਥ ਨੂੰ ਲੋੜ ਸੀ, ਤਦ ਤੇ ਤੁਸੀਂ ਇਹਨਾਂ ਨੂੰ ਪੰਥ ਦੇ ਗੱਦਾਰ ਕਹਿੰਦੇ ਰਹੇ। ਅੱਜ ਤੁਹਾਡੇ ਪਰਿਵਾਰ ਨੂੰ ਲੋੜ ਪੈ ਗਈ ਤੇ ਤੁਸੀਂ ਸਾਰੀਆਂ ਪੰਥਕ ਜਿਹੜੀਆਂ ਗੱਲਾਂ ਉਹਨਾਂ ਨੂੰ ਛਿੱਕੇ ਟੰਗ ਕੇ ਅੱਜ ਇਹਨਾਂ ਦੀ ਗੋਦੀ ਪੈਣ ਜਾ ਰਹੇ ਹੋ। ਸੋ ਜਿਹੜਾ ਤੁਸੀਂ ਖਿਲਵਾੜ ਸੰਗਤ ਦੇ ਨਾਲ ਕਰ ਰਹੇ ਹੋ ਪਿਛਲੇ ਕਈ ਸਾਲਾਂ ਤੋਂ, ਅੱਜ ਉਹਦੇ ਵਿੱਚ ਪਾਰਟੀ ਵੀ ਤੁਹਾਡੇ ਵਿੱਚ ਵੱਡੀ ਪਾਰਟੀ ਤੁਹਾਡੇ ਨਾਲ ਸ਼ਮੂਲੀਅਤ ਹੋਣ ਜਾ ਰਹੀ ਹੈ। ਸੋ ਤੁਹਾਡੇ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਇਸ ਗੱਲ ਦਾ ਖੁਲਾਸਾ ਕਰੋ ਸੰਗਤ ਦੇ ਅੱਗੇ ਔਰ ਸੰਗਤ ਨੂੰ ਦੱਸੋ ਕਿ ਕਿਹੜੀ ਮਜਬੂਰੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਬਣ ਗਈ। ਔਰ ਨਾਲ ਮੈਂ ਧਾਮੀ ਸਾਹਿਬ ਨੂੰ ਵੀ ਕਹਾਂਗਾ ਕਿ ਜਿਸ ਵਕਤ ਤੁਹਾਨੂੰ ਬਣਾਇਆ ਸੀ ਪ੍ਰਧਾਨ, ਦੇ ਲੋਕਾਂ ਦੀਆਂ ਬਹੁਤ ਆਸਥਾਵਾਂ ਸੀ ਕਿ ਪੜ੍ਹੇ ਲਿਖੇ ਸੂਝਵਾਨ ਬੰਦੇ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ, ਮਗਰ ਤੁਸੀਂ ਕੋਈ ਐਸਾ ਕਾਰਜ ਨਹੀਂ ਕੀਤਾ ਜਿਹਦੇ ਕਰਕੇ ਤੁਸੀਂ ਇਹੋ ਜਿਹੇ ਲੋਕਾਂ ਨੂੰ ਆਪਣੇ ਤੋਂ ਗੁਰੇਜ਼ ਕਰਨ ਦੀ ਕੋਸ਼ਿਸ਼ ਕਰੋ ਔਰ ਤੁਸੀਂ ਅੱਜ ਉਹਨਾਂ ਲੋਕਾਂ ਨੂੰ ਦਿੱਲੀ ਦੇ ਵਿੱਚ ਕੋਈ ਜ਼ਿੰਮੇਵਾਰੀਆਂ ਦੇ ਕੇ ਧਰਮ ਪ੍ਰਚਾਰ ਦੀ ਜਿਹੜੀ ਗੱਲ ਕਰ ਰਹੇ ਹੋ, ਮੈਂ ਸਮਝਦਾ ਕਿ ਇਸ ਤੋਂ ਵੱਡਾ ਕਾਨੂੰਨਾ ਮਜ਼ਾਕ ਤੁਸੀਂ ਕੌਮ ਦੇ ਨਾਲ ਨਹੀਂ ਕਰ ਸਕਦੇ। ਸੋ ਅਸੀਂ ਮੀਡੀਆ ਰਾਹੀਂ ਬੇਨਤੀ ਵੀ ਕਰਾਂਗੇ ਸਮੁੱਚੇ ਪੰਥ ਨੂੰ ਕਿ ਅੱਜ ਵੀ ਜਾਗਣ ਦਾ ਸਮਾਂ ਹੈ, ਅੱਜ ਵੀ ਇਹਨਾਂ ਕੋਲ ਸਵਾਲ ਪੁੱਛਣ ਦਾ ਸਮਾਂ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਅੱਜ ਪੈਸਿਆਂ ਦੇ ਲੈ ਕੇ, ਕਿਉਂਕਿ ਅੱਜ ਅਕਾਲੀ ਦਲ ਨੂੰ ਚਲਾਉਣ ਵਾਸਤੇ ਜਿਹੜੀਆਂ ਆਂਕੜਾ ਆ ਰਹੀਆਂ ਉਹਨੂੰ ਪੂਰੀ ਕਰਨ ਵਾਸਤੇ ਸ਼ਾਇਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਕੋਈ ਮਜਬੂਰੀ ਬਣ ਗਈ ਹੋਏ, ਮਗਰ ਮੈਂ ਸਮਝਦਾ ਕਿ ਪੰਥ ਦੀ ਕਿਹੜੀ ਐਸੀ ਮਜਬੂਰੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਸੀ ਕਿਹੜੀ ਮਜਬੂਰੀ ਬਣ ਗਈ ਕਿ ਜਿਹੜੀ ਇਹਨਾਂ ਲੋਕਾਂ ਨੂੰ ਅਹਿਮ ਜ਼ਿੰਮੇਵਾਰੀਆਂ ਦੇਣ ਦੀ ਅੱਜ ਗੱਲ ਚਰਚਾਵਾਂ ਸ਼ੁਰੂ ਹੋ ਗਈ ਹੈ। ਸੋ ਮੈਂ ਸਮਝਦਾ ਕਿ ਜਿਨ੍ਹਾਂ ਲੋਕਾਂ ਨੂੰ ਸੰਗਤਾਂ ਨੇ, ਦਿੱਲੀ ਦੀ ਸੰਗਤ ਨੇ ਨਕਾਰ ਕੇ ਘਰ ਬਿਠਾਇਆ, ਉਹਨਾਂ ਨੂੰ ਚਾਹੀਦਾ ਕਿ ਅਸੀਂ 4 ਸਾਲ ਵੇਟ ਕਰੀਏ, ਕਮੇਟੀਆਂ ਨੂੰ ਕੰਮ ਕਰਨ ਦਈਏ ਔਰ ਕੰਮ ਕਰਨ ਤੋਂ ਬਾਅਦ ਦੁਬਾਰਾ ਸੰਗਤ ਦੇ ਵਿੱਚੋਂ ਚੁਣ ਕੇ ਆਈਏ ਤਾਂ ਅਸੀਂ ਇਹੋ ਜਿਹੇ ਕੋਈ ਫੈਸਲੇ ਲੈ ਸਕੀਏ। ਮੈਂ ਮੀਡੀਆ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਬਹੁਤ ਵੱਡੀ ਜਿਹੜੀ ਲੜਾਈ ਲੜ ਰਹੇ ਹੋ ਕਰਪਸ਼ਨ ਦੇ ਖਿਲਾਫ, ਤੁਸੀਂ ਬਹੁਤ ਵੱਡੀ ਅਹਿਮ ਮੁਹਿੰਮ ਪੰਜਾਬ ਦੇ ਵਿੱਚ ਛੇੜੀ ਹੈ। ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਜਿਹੜੀ ਇਹ ਕਰਪਸ਼ਨ ਹੋ ਰਹੀ ਹੈ, ਜਿਹਦਾ ਲੈਣ ਦੇਣ ਪੈਸਿਆਂ ਦਾ ਪੰਜਾਬ ਦੀ ਧਰਤੀ ਦੇ ਉੱਤੇ ਹੋਇਆ, ਇਹਦੀ ਤਹਿਕੀਕਾਤ ਕਰਾਓ। ਇਹਨਾਂ ਜਿਹੜੇ ਨਸ਼ੇ ਵੰਡਣ ਵਾਲੇ ਜਿਹੜੇ ਤਸਕਰੀਆਂ ਕਰ ਰਹੇ ਹੈ ਸ਼ਰਾਬ ਦੀਆਂ, ਇਹਨਾਂ ਦੇ ਉੱਤੇ ਠੱਲ ਪਾਈ ਜਾ ਸਕੇ ਔਰ ਇਹ ਲੋਕ ਜਿਹੜੇ ਕੌਮ ਦੇ ਨਾਲ ਖਿਲਵਾੜ ਕਰ ਰਹੇ ਹੈ ਇਹਨਾਂ ਨੂੰ ਰੋਕਣ ਵਾਸਤੇ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰਾਂਗੇ। ਸਾਡਾ ਡੈਲੀਗੇਸ਼ਨ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਜਾ ਕੇ ਮਿਲੇਗਾ ਔਰ ਪੂਰੀ ਇਸ ਗੱਲ ਦੇ ਉੱਤੇ ਪਹਿਰਾ ਦੇਵਾਂਗੇ ਕਿ ਕੌਮ ਦੇ ਲੋਕ ਜਿਹੜੇ ਨਸ਼ਿਆਂ ਦੇ ਨਾਲ ਲਿਪਤ ਨੇ ਅੱਜ ਕੌਮ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਤੇ ਨਾ ਪਹੁੰਚ ਸਕਣ। ਠੀਕ ਹੈ ਜੀ। ਜਿਹੜਾ ਤੁਸੀਂ 10 ਕਰੋੜ ਰੁਪਏ ਦੀ ਗੱਲ ਕੀਤੀ ਹੈ, ਇਸ ਗੱਲ ਦਾ ਕੋਈ ਸਬੂਤ ਹੈ? ਦੇਖੋ ਸਬੂਤ ਸਾਹਮਣੇ ਆ ਜਾਂਦੇ ਆ। ਕੁਝ ਦਿਨ ਪਹਿਲੇ ਮੈਂ ਤੁਹਾਡੇ ਨੂੰ ਹੀ ਇੰਟਰਵਿਊ ਦਿੱਤੀ ਸੀ ਔਰ ਮੈਂ ਕਿਹਾ ਸੀ ਕਿ ਜਿਹੜੇ
ਇਹਨਾਂ ਦੇ ਪਰਸਨਲ ਏਜੰਡੇ ਨੇ ਉਹ ਬੜੀ ਜਲਦੀ ਸਾਹਮਣੇ ਆ ਜਾਣਗੇ। ਸਾਨੂੰ ਇਹ ਇਹਨਾਂ ਦੇ ਬੰਦਿਆਂ ਨੇ ਹੀ ਦੱਸਿਆ, ਇਹਨਾਂ ਦੀ ਪਾਰਟੀ ਦੇ ਮੈਂਬਰਾਂ ਨੇ ਸਾਰੀਆਂ ਗੱਲਾਂ ਦੱਸੀਆਂ ਕਿ ਇਹ ਜਿਹੜਾ ਕੁਝ ਹੋਣ ਜਾ ਰਿਹਾ, ਨਾ ਸਾਡੀ ਕੋਈ ਸਰਨਾ ਸਾਹਿਬ ਦੇ ਨਾਲ ਗੱਲਬਾਤ ਹੈ ਤੇ ਨਾ ਹੀ ਸਾਡੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਗੱਲਬਾਤ ਹੈ। ਮਗਰ ਮੈਂ ਇੱਕ ਸਵਾਲ ਬਾਰ-ਬਾਰ ਇਹ ਪੁੱਛ ਰਿਹਾ ਕਿ ਇਹ ਗੱਲ ਦਾ ਸਪਸ਼ਟੀਕਰਨ ਦੱਸ ਦਿਓ ਕਿ ਪਿਛਲੇ 24 ਸਾਲਾਂ ਤੋਂ 1998 ਦੇ ਵਿੱਚ ਤੁਸੀਂ ਪਾਰਟੀ ਬਣਾਈ, ਅੱਜ ਤੁਸੀਂ ਬਿਨਾਂ ਕਿਸੇ ਸ਼ਰਤ, ਬਿਨਾਂ ਕਿਸੇ ਕੰਡੀਸ਼ਨ, ਬਿਨਾਂ ਕਿਸੇ ਚੀਜ਼ ਦੇ ਜਿਹੜੀ ਪਬਲਿਕਲੀ ਨਹੀਂ ਕਰ ਪਾ ਰਹੇ, ਤੇ ਇਹਦੇ ਪਿੱਛੇ ਕੋਈ ਨਾ ਕੋਈ ਤੇ ਹਿਡਨ ਏਜੰਡਾ ਹੈ ਤੁਹਾਡਾ। ਉਹ ਏਜੰਡਾ ਕੀ ਹੈ? ਔਰ ਜਿਹੜੀਆਂ ਮੈਂ ਤਰੀਕਾ ਦੱਸ ਰਿਹਾ, ਇਹ ਜਾ ਕੇ ਤੁਸੀਂ ਈਡੀ ਦੇ ਦਫ਼ਤਰ ਵੀ ਚੈੱਕ ਕਰ ਸਕਦੇ ਹੋ, CBI ਦੇ ਦਫ਼ਤਰ ਦੇ ਵੀ ਚੈੱਕ ਕਰ ਸਕਦੇ ਹੋ ਕਿ ਕਿਆ ਇਹਨਾਂ ਦੇ ਬੱਚਿਆਂ ਦੀ ਉੱਥੇ ਹਾਜ਼ਰੀਆਂ ਲੱਗ ਰਹੀਆਂ ਕਿ ਨਹੀਂ ਲੱਗ ਰਹੀਆਂ। ਸੋ ਇਹ ਦੁਨੀਆ ਦੇ ਅੱਗੇ ਸਾਹਮਣੇ ਜਗ ਜ਼ਾਹਿਰ ਹੋ ਗਿਆ, ਐਕਸਪੋਜ਼ ਹੋ ਗਏ ਨੇ ਇਹ ਲੋਕ ਕਿ ਕਿਸ ਤਰੀਕੇ ਦੇ ਨਾਲ ਨਸ਼ਿਆਂ ਦਾ ਪੈਸਾ ਵਰਤ ਕੇ ਇਹ ਪੰਥ ਦਾ ਝੋਲਾ ਪਾਉਣਾ ਚਾਹੁੰਦੇ ਨੇ, SGPC ਨੂੰ ਵਰਤਣਾ ਚਾਹੁੰਦੇ ਨੇ। ਔਰ ਅੱਜ ਵਰਨਾ ਇਹਨਾਂ ਦੇ ਜਿਹੜੇ ਸਾਥੀ ਸੀ, ਅੱਜ ਜ਼ਿਆਦਾਤਰ ਸਾਥੀ ਇਹਨਾਂ ਦੇ ਘਰ ਬੈਠ ਗਏ ਨੇ, ਐਸੀ ਕਰਕੇ ਇਹਨਾਂ ਦੇ ਨਾਲ ਸਾਥ ਚੱਲਣ ਨੂੰ ਤਿਆਰ ਨਹੀਂ ਨੇ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਬਿਨਾਂ ਕਿਸੇ ਏਜੰਡੇ ਦੇ ਗਏ ਨੇ ਤੇ ਇਹਨਾਂ ਦਾ ਆਪਣਾ ਪਰਸਨਲ ਕੋਈ ਨਾ ਕੋਈ ਮੋਟਿਵ ਹੋਏਗਾ। देखो अगर FOG को इनसिक्योरिटी है तो SGPC ਨੂੰ ਪਹਿਲੇ ਤੇ ਸਾਡੇ ਨਾਲ ਗੱਲ ਕਰਨੀ ਚਾਹੀਦੀ ਹੈ। ਜੇ ਨਹੀਂ ਕਰਦੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੇ ਆਪਣੇ ਸਿਪਾਹੀ ਦਿੱਲੀ ਦੇ ਵਿੱਚ ਜਿੱਤੇ ਹੋਏ ਮੈਂਬਰ ਹੈਗੇ ਆ, ਉਹਨਾਂ ਦੇ ਕਿਆ ਉਹਨਾਂ ਨੂੰ ਭਰੋਸਾ ਨਹੀਂ ਹੈ? ਉਹਨਾਂ ਦੇ 2 ਮੈਂਬਰ ਇੱਥੇ ਨੇ, SGPC ਦਾ ਪ੍ਰਧਾਨ ਦਿੱਲੀ ਕਮੇਟੀ ਦਾ ਮੈਂਬਰ ਹੈ, SGPC ਦੀ ਟੀਮ ਆ ਸਕਦੀ ਹੈ, SGPC ਦਾ ਦਫ਼ਤਰ ਇੱਥੇ ਖੁੱਲਿਆ ਹੋਇਆ ਹੈ ਪ੍ਰਚਾਰ ਪ੍ਰਸਾਰ ਕਰਨ ਨੂੰ। ਕਿਆ ਸਰਨਾ ਭਰਾ ਮਿਲ ਗਏ ਨੇ? ਔਰ ਉਹ ਭਰਾ ਜਿਹੜੇ ਰੋਜ਼ ਆਪ ਉਹਨਾਂ ਦੇ ਪਰਿਵਾਰ ਦੇ ਬੰਦੇ ਦਫ਼ਤਰਾਂ ਦੇ ਵਿੱਚ ਤਸਕਰੀਆਂ ਲਈ ਨਸ਼ਿਆਂ ਦੀ ਜਾਂਦੇ ਨੇ, ਕਿਆ ਇਹੋ ਜਿਹੇ ਬੰਦਿਆਂ ਨੂੰ ਆਪਾਂ ਪੰਥਕ ਚਿਹਰੇ ਬਣਾ ਕੇ ਦਿੱਲੀ ਦੇ ਵਿੱਚ ਵਿਚਰਨਾ? ਇਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਵਾਬ ਦੇਣ। ਤੁਸੀਂ ਕਿਹਾ ਕਿ ਉਹਨਾਂ ਦੇ ਹੀ ਟੀਮ ਦੇ ਬੰਦਿਆਂ ਨੇ ਤੁਹਾਨੂੰ 10 ਕਰੋੜ ਦੀ ਗੱਲ ਦੱਸੀ ਹੈ, ਤੇ ਨੈਚੁਰਲੀ ਗੱਲ ਹੈ ਕਿ ਉਹਨਾਂ ਦੇ ਮੈਂਬਰ ਤੁਹਾਡੇ ਟਾਚੀ ਚ ਨੇ ਕਿ ਅਕਾਲੀ ਦਲ ਬਾਦਲ ਕੇ ਮਰਜ ਹੋ ਜਾ ਰਹੇ ਨੇ, ਮੈਂਬਰ ਸਹਿਮਤ ਨੇ ਉਹਨਾਂ ਦੀ ਪਾਰਟੀ? ਦੇਖੋ ਇਹ ਤੇ ਮੈਂ ਬਾਰ-ਬਾਰ ਕਵਾਂਗਾ, ਮੀਡੀਆ ਦੇ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੇ ਮੈਂਬਰਾਂ ਕੋਲ ਪੁੱਛਣ ਕਿ ਕਿਆ ਉਹਨਾਂ ਕੋਲੋਂ ਰਜ਼ਾਮੰਦੀ ਲਈ ਗਈ ਹੈ, ਕਿਆ ਉਹਨਾਂ ਦੀ ਸਲਾਹ ਹੋਈ ਹੈ। ਇਹ ਸਿਰਫ ਪਰਿਵਾਰ ਦੇ ਵਿੱਚ ਬੈਠ ਕੇ ਫੈਸਲਾ ਹੋਇਆ ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਸਰਦਾਰ ਹਰਵਿੰਦਰ ਸਿੰਘ ਸਰਨਾ ਨੂੰ ਬਿਲਕੁਲ ਨਜ਼ਰ ਆ ਰਿਹਾ ਹੈ ਕਿ ਮੇਰੇ ਬੱਚਿਆਂ ਦੀ ਗ੍ਰਿਫਤਾਰੀ ਬਿਲਕੁਲ ਤੈਅ ਹੋ ਚੁੱਕੀ ਹੈ, ਔਰ ਅਗਰ ਮੈਂ ਉਸ ਤੋਂ ਬਚਣਾ ਹੈ ਤਾਂ ਮੈਂ SGPC ਦਾ ਚੋਲਾ ਪਾ ਲਵਾਂ, ਮੈਂ SGPC ਦੀ ਕੋਈ ਵੱਡੀ ਅਹੁਦੇਦਾਰੀ ਲੈ ਕੇ ਦਿੱਲੀ 'ਚ ਬੈਠਾਂਗਾ ਤੇ ਮੇਰੇ ਤੇ ਸ਼ਾਇਦ ਸਰਕਾਰਾਂ ਹੱਥ ਪਾਉਣ ਤੋਂ ਪਹਿਲੇ 4 ਵਾਰ ਸੋਚਣ। ਇਹ ਉਸ ਨਜ਼ਰੀਏ ਦੇ ਨਾਲ ਸਟੈਪ ਚੁੱਕਿਆ ਜਾ ਰਿਹਾ ਹੈ। ਠੀਕ ਹੈ ਜੀ। ਯਾਰ ਕੀ ਇਸ਼ੂ ਅੱਜ ਤੱਕ ਇਲਜ਼ਾਮਾਤ ਜਿਹੜੇ ਨੇ ਉਹ ਅਕਾਲੀ ਦਲ ਦੇ ਉੱਤੇ ਬੇਅਦਬੀਆਂ ਦੇ ਲੱਗਦੇ ਰਹੇ ਨੇ, ਜਿਹੜੇ ਕਿ ਸਰਨਾ ਸਾਹਿਬ ਵੱਲੋਂ ਦੁਬਾਰਾ ਪੁੱਛੋਗੇ ਮੇਰੇ ਨਾਲ? ਲੱਗਦਾ ਕਿ ਸਿਆਸਤ ਜਿਹੜੀ ਹੈ ਉਹ ਜ਼ਿਆਦਾ ਹਾਵੀ ਹੋ ਰਹੀ ਹੈ, ਜਿਹੜੀ ਆਪਣਾ ਸਿੱਖ ਸਿਆਸਤ ਦੇ ਵਿੱਚ, ਆਪਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਕਿਉਂਕਿ ਪਹਿਲਾਂ ਇਲਜ਼ਾਮਾਤ ਜਿਹੜੇ ਨੇ ਉਹ ਹਮੇਸ਼ਾ ਸਰਨਾ ਪ੍ਰਬੰਧਕ ਵੱਲੋਂ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਤੇ ਲੱਗਦੇ ਰਹੇ ਨੇ ਬੇਅਦਬੀਆਂ ਦੀ। ਦੇਖੋ ਤੁਸੀਂ ਬਿਲਕੁਲ, ਮੈਂ ਤੁਹਾਡਾ ਸਾਰਾ ਸਵਾਲ ਸਮਝ ਗਿਆ, ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਕਹਿ ਰਹੇ ਹੋ। ਔਰ ਰਾਜਨੀਤੀ ਵਾਕਈ ਹੀ ਭਾਰੀ ਹੋ ਰਹੀ ਹੈ ਧਰਮ ਦੀ ਸਿਆਸਤ ਦੇ ਉੱਤੇ। ਧਰਮ ਦੇ ਉੱਤੇ ਰਾਜਨੀਤਿਕ ਨੂੰ ਭਾਰੀ ਕਰਨ ਦਾ ਸਾਰਾ ਸ਼੍ਰੇਅ ਸ਼੍ਰੋਮਣੀ ਅਕਾਲੀ ਦਲ ਦਾ ਜਾਂਦਾ ਹੈ। ਮੈਂ ਤੁਹਾਨੂੰ ਇਸ ਕਰਕੇ ਕਹਿ ਸਕਦਾ ਕਿਉਂਕਿ ਜਿਸ ਵਕਤ ਅਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਇਲੈਕਸ਼ਨ ਜਿੱਤ ਕੇ ਆਏ ਸੀ ਸਾਰੇ, ਸਾਡੇ ਉੱਤੇ ਵੀ ਇਹੋ ਜਿਹੇ ਦਬਾਅ ਪਾਏ ਗਏ ਸੀ। ਅੱਜ ਸਾਨੂੰ ਨਜ਼ਰ ਆ ਰਿਹਾ ਕਿ ਕਾਰਨ ਕੀ ਸੀ। ਉਸ ਵਕਤ ਇਹ ਖੁਲਾਸੇ ਨਹੀਂ ਹੋ ਰਹੇ ਸੀ। ਉਸ ਵਕਤ ਵੀ ਕਿਹਾ ਜਾ ਰਿਹਾ ਸੀ ਕਿਆ ਸਰਨਾ ਸਾਹਿਬ ਭਰਾਵਾਂ ਦੇ ਨਾਲ ਹੱਥ ਮਿਲਾ ਲਓ, ਮਗਰ ਜਿੱਥੇ ਰਾਜਨੀਤਿਕ ਭਾਰੂ ਹੋਏਗੀ ਉੱਥੇ ਧਰਮ ਨੂੰ ਥੱਲੇ ਕਰਤਾ ਜਾਏਗਾ। ਤਦ ਹੀ ਸਾਡੀ ਸਾਰੇ ਜਿਹੜੇ 27 ਮੈਂਬਰ ਜਿੱਤ ਕੇ ਆਏ ਸੀ, ਅੱਜ ਮਹਾਰਾਜ ਦੀ ਕਿਰਪਾ ਨਾਲ 29 ਮੈਂਬਰ ਹੋ ਗਏ। ਸਰਦਾਰ ਤਰਵਿੰਦਰ ਸਿੰਘ ਮਾਰਵਾ ਸਾਹਿਬ ਸਾਡੇ ਨਾਲ ਨੇ, ਸਰਦਾਰ ਹਰਵਿੰਦਰ ਸਿੰਘ ਸੰਧੂ ਸਾਹਿਬ ਸਾਡੇ ਨਾਲ ਨੇ। ਅੱਜ ਸਾਰੇ ਦੇ ਸਾਰੇ ਮੈਂਬਰਾਂ ਦਾ ਇੱਕੋ ਏਜੰਡਾ ਹੈ, ਜੇ ਰਾਜਨੀਤੀ ਕਰਨੀ ਹੈ। ਮਾਰਵਾ ਸਾਹਿਬ ਰਾਜਨੀਤਿਕ ਬੰਦੇ ਨੇ, ਆਪਣੇ ਇਲਾਕੇ ਦੇ ਵਿੱਚ ਆਪਣੇ ਅਲੱਗ ਪਲੇਟਫਾਰਮ ਤੇ ਰਾਜਨੀਤੀ ਕਰਦੇ ਆ। ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਉਹਨਾਂ ਨੇ ਕਦੀ ਰਾਜਨੀਤੀ ਨਹੀਂ ਵਾੜੀ। ਮੈਂ ਆਪ MLA ਰਿਹਾ, ਅਸੀਂ ਰਾਜਨੀਤੀ ਨੂੰ ਕਦੀ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਆਉਣ ਦਿਆਂਗੇ। ਔਰ ਇਹੀ ਅਸੀਂ ਗੱਲ ਕਰ ਰਹੇ ਹਾਂ। ਅੱਜ ਐਸੀ ਕਿਹੜੀ ਰਾਜਨੀਤਿਕ ਆ ਗਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਤੁਸੀਂ ਗੱਲ ਕਰ ਰਹੇ ਹੋ? ਅੱਜ ਸਰਨਾ ਸਾਹਿਬ ਨੂੰ ਕਿਆ ਜਵਾਬ ਮਿਲ ਗਿਆ? ਜੇ 24 ਸਾਲ ਤੋਂ ਸਰਨਾ ਸਾਹਿਬ ਬਾਦਲਾਂ ਨੂੰ ਪੰਥ ਦਾ ਦੋਖੀ ਕਹਿੰਦੇ ਸੀ, ਤੇ ਸੇਮ ਗੱਲ ਬਾਦਲ ਸਾਹਿਬ ਸਰਨਾ ਸਾਹਿਬ ਨੂੰ 1984 ਦੇ ਕਾਤਲਾਂ ਨੂੰ ਸਨਮਾਨ ਕਰਨ ਵਾਲੇ ਲੋਕ ਕਹਿੰਦੇ ਸੀ। ਇਹੀ ਸਟੇਜਾਂ ਦੇ ਉੱਤੇ ਜਿਹੜਾ ਸੱਜਣ ਟੈਟਲਰ ਵਰਗਿਆਂ ਨੂੰ, ਸੱਜਣ ਕੁਮਾਰ ਔਰ ਟੈਟਲਰ ਵਰਗਿਆਂ ਨੂੰ ਸਨਮਾਨਿਤ ਕੀਤਾ ਗਿਆ, ਅੱਜ ਉਹਨਾਂ ਦੇ ਨਾਲ ਅਕਾਲੀ ਦਲ ਸਾਂਝ ਪਾਉਣ ਜਾ ਰਿਹਾ। ਇਹੀ ਤੇ ਰਾਜਨੀਤੀ ਸਮਝ ਨਹੀਂ ਆ ਰਹੀ ਕਿ
ਡੀਜੀਐਮਸੀ ਪ੍ਰਧਾਨ ਹਰਮੀਤ ਕਾਲਕਾ ਦੇ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ। ਕਾਲਕਾ ਦਾ ਕਹਿਣਾ ਹੈ ਕਿ ਸਰਨਾ ਨੂੰ ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ ਦੇ ਵਿੱਚ ਐਸਜੀਪੀਸੀ। ਹਰਵਿੰਦਰ ਸਰਨਾ ਨੂੰ ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ ਹੈ। ਸਰਨਾ ਨੂੰ ਨਾਲ ਰਲਾਉਣ ਦੀ ਐਸਜੀਪੀਸੀ ਪ੍ਰਧਾਨ ਦੀ ਕੀ ਮਜਬੂਰੀ ਹੈ? ਸਿੱਧੇ ਤੌਰ ਤੇ ਐਸਜੀਪੀਸੀ ਨੂੰ ਵੀ ਸਵਾਲ ਕੀਤਾ ਗਿਆ, ਅਕਾਲੀ ਦਲ ਦੇ ਪ੍ਰਧਾਨ ਨੂੰ ਵੀ ਸਵਾਲ ਕੀਤਾ ਗਿਆ ਕਾਲਕਾ ਦੇ ਵੱਲੋਂ। ਇਸ ਬਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਾਂਗੇ। ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅੱਗੇ ਵੀ ਇਹ ਗੱਲ ਚੁੱਕਣ ਦੀ ਗੱਲ ਕਹੀ ਹੈ। ਉੱਥੇ ਹੀ ਕਾਲਕਾ ਦੇ ਵੱਲੋਂ ਸਿੱਧੇ ਤੌਰ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਸਰਨਾ ਨੇ ਬਾਦਲ ਦੇ ਨਾਲ ਡੀਲ ਕੀਤੀ ਹੈ, ਡੀਲ ਤੱਕ ਦੇ ਇਲਜ਼ਾਮ ਲਗਾਏ ਗਏ ਨੇ। 10 ਕਰੋੜ ਦੇ ਕੇ ਅਹਿਮ ਜ਼ਿੰਮੇਵਾਰੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਨਾ ਦੇ ਵੱਲੋਂ। ਇਹ ਵੀ ਵੱਡੇ ਹਰਮੀਤ ਕਾਲਕਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ। ਉੱਥੇ ਹੀ ਸਰਨਾ ਭਰਾਵਾਂ ਤੇ ਕਰਪਸ਼ਨ ਦੇ ਇਲਜ਼ਾਮ ਲਗਾਏ ਗਏ ਨੇ, ਨਸ਼ੇ ਦੀ ਤਸਕਰੀ ਤੱਕ ਦੇ ਇਲਜ਼ਾਮ ਕਾਲਕਾ ਦੇ ਵੱਲੋਂ ਲਗਾਏ ਗਏ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਜਾਂਚ ਦੀ ਵੀ ਮੰਗ ਕੀਤੀ ਗਈ। ਹਰਮੀਤ ਕਾਲਕਾ ਦੇ ਸਿੱਧੇ ਤੌਰ ਤੇ ਡੀਲ ਦੇ ਇਲਜ਼ਾਮ ਲਗਾ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸਰਨਾ ਦੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ 10 ਕਰੋੜ ਰੁਪਏ ਦੇ ਵਿੱਚ ਡੀਲ ਹੋਈ ਹੈ ਐਸਜੀਪੀਸੀ ਦੇ ਵਿੱਚ ਵੱਡੀ ਜ਼ਿੰਮੇਵਾਰੀ ਲੈਣ ਦੇ ਲਈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਵੱਖ-ਵੱਖ ਮਾਮਲਿਆਂ ਦੇ ਵਿੱਚ ਜਿਹੜੇ ਉਹਨਾਂ ਤੇ ਕੇਸ ਚੱਲ ਰਹੇ ਨੇ, ਇਸੇ ਕਰਕੇ ਉਹ ਸਾਰੇ ਕੇਸਾਂ ਤੋਂ ਬਚਣ ਦੇ ਲਈ ਸਿੱਧੇ ਤੌਰ ਤੇ ਡੀਲ ਕੀਤੀ ਜਾ ਰਹੀ ਹੈ ਐਸਜੀਪੀਸੀ ਦੇ ਵਿੱਚ ਵੱਡੀ ਜ਼ਿੰਮੇਵਾਰੀ ਲੈਣ ਦੇ ਲਈ। ਹਰਮੀਤ ਕਾਲਕਾ ਜਿਹੜੇ ਕਿ ਡੀਜੀਐਮਸੀ ਦੇ ਪ੍ਰਧਾਨ ਨੇ, ਉਹਨਾਂ ਦੇ ਵੱਲੋਂ ਇਹ ਵੱਡੇ ਇਲਜ਼ਾਮ ਸਿੱਧੇ ਤੌਰ ਤੇ ਸਰਨਾ ਭਰਾਵਾਂ ਤੇ ਵੀ ਲਗਾਏ ਨੇ ਤੇ ਸਵਾਲ ਐਸਜੀਪੀਸੀ ਨੂੰ ਵੀ ਕੀਤਾ ਗਿਆ, ਅਕਾਲੀ ਦਲ ਨੂੰ ਵੀ ਕੀਤਾ ਗਿਆ ਕਿ ਆਖਿਰਕਾਰ ਉਹੀ ਸਰਨਾ ਭਰਾ ਜਿਹੜੇ ਕਿ ਅਕਾਲੀ ਦਲ ਬਾਦਲ ਦੇ ਖਿਲਾਫ ਭੁਗਤਦੇ ਰਹੇ, ਹੁਣ ਤੱਕ ਕੀ ਮਜਬੂਰੀ ਹੋਗੀ ਐਸਜੀਪੀਸੀ ਦੇ ਕਿ ਹੁਣ ਵੱਡੀ ਜ਼ਿੰਮੇਵਾਰੀ ਐਸਜੀਪੀਸੀ ਵੱਲੋਂ ਦਿੱਤੀ ਜਾ ਰਹੀ ਆ, ਐਸਜੀਪੀਸੀ ਵੱਡੀ ਜ਼ਿੰਮੇਵਾਰੀ ਦੇਣ ਜਾ ਰਹੀ ਹੈ। ਹਰਮੀਤ ਕਾਲਕਾ ਜਿਹੜੇ ਕਿ ਡੀਜੀਐਮਸੀ ਦੇ ਪ੍ਰਧਾਨ ਨੇ, ਉਹਨਾਂ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਵੱਡੇ ਇਲਜ਼ਾਮ ਲਗਾਏ ਨੇ, ਵੱਖ-ਵੱਖ ਮਾਮਲਿਆਂ ਦਾ ਜ਼ਿਕਰ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਤੋਂ ਜਾਂਚ ਤੱਕ ਦੀ ਮੰਗ ਕੀਤੀ ਗਈ ਹੈ।